ਵੈਲਕਮ ਟੂ ਇਲੈਕਟ੍ਰੋਨਿਕ ਵੋਕੇਸ਼ਨਲ। ਅੱਜ ਦੀ ਇਸ ਵੀਡੀਓ 'ਚ ਆਪਾਂ ਟੌਪਿਕ ਕਰਾਂਗੇ SCR। SCR ਨੂੰ ਥਾਇਰਿਸਟਰ ਵੀ ਕਿਹਾ ਜਾਂਦਾ ਹੈ। ਇੱਥੋਂ ਹੀ ਆਪਾਂ ਸ਼ੁਰੂਆਤ ਕਰਦੇ ਹਾਂ। 1 ਨੰਬਰ ਦਾ ਕੁਐਸਚਨ ਬਣ ਸਕਦਾ ਹੈ ਕਿ SCR ਦਾ ਦੂਸਰਾ ਨਾਮ ਕੀ ਹੈ, ਜਾਂ ਫਿਰ ਥਾਇਰਿਸਟਰ ਦਾ ਦੂਸਰਾ ਨਾਮ ਕੀ ਹੈ, SCR। ਸੈਕਿੰਡ ਕੁਐਸਚਨ ਬਣਦਾ ਹੈ ਕਿ SCR ਦੀ ਫੁੱਲ ਫਾਰਮ ਕੀ ਹੈ, ਸਿਲੀਕॉन ਕੰਟਰੋਲਡ ਰੈਕਟੀਫਾਇਰ। ਹੁਣ ਆਪਾਂ ਸਭ ਤੋਂ ਪਹਿਲਾਂ ਇਸ ਦੀ ਡੈਫੀਨੇਸ਼ਨ ਕਰਾਂਗੇ। ਡੈਫੀਨੇਸ਼ਨ ਪਰਿਭਾਸ਼ਾ 'ਚ ਆਪਾਂ 6 ਤੋਂ 7 ਲਾਈਨਾਂ ਦੇ ਵਿੱਚ ਇਸ ਨੂੰ ਡਿਫਾਈਨ ਕਰਾਂਗੇ। SCR ਦੀ ਫੁੱਲ ਫਾਰਮ ਹੈ ਸਿਲੀਕॉन ਕੰਟਰੋਲ ਰੈਕਟੀਫਾਇਰ। ਇਸ ਨੂੰ ਥਾਇਰਿਸਟਰ ਵੀ ਕਿਹਾ ਜਾਂਦਾ ਹੈ। ਜਿਵੇਂ ਕਿ ਇਸ ਦੇ ਨਾਮ ਤੋਂ ਹੀ ਪਤਾ ਲੱਗਦਾ ਹੈ, ਇਹ ਇੱਕ ਸੈਮੀਕੰਡਕਟਰ ਡਿਵਾਈਸ ਹੈ ਜਿਹੜਾ ਸਿਲੀਕॉन ਤੋਂ ਬਣਿਆ ਹੁੰਦਾ ਹੈ। ਇਸ ਦੇ 3 ਟਰਮੀਨਲਸ ਹਨ। ਐਨੋਡ, ਜਿਸ ਨੂੰ A ਨਾਲ ਡੋਨੇਟ ਕੀਤਾ ਜਾਂਦਾ ਹੈ, ਕੈਥੋਡ, ਜਿਸ ਨੂੰ K ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ, ਗੇਟ, ਜਿਸ ਨੂੰ G ਲਿਖਦੇ ਹਾਂ। ਇਸ ਦਾ ਸਿੰਬਲ ਬਣਿਆ ਹੋਇਆ ਹੈ। ਸਾਡਾ ਜਿਹੜਾ ਡਾਇਓਡ ਹੁੰਦਾ ਹੈ, ਡਾਇਓਡ ਤੋਂ ਹੀ ਅੱਗੇ ਅਸੀਂ ਇੱਕ ਟਰਮੀਨਲ ਕੱਢਿਆ ਹੋਇਆ ਹੈ, ਐਨੋਡ, ਕੈਥੋਡ, ਤੇ ਇਹ ਹੋ ਗਿਆ ਗੇਟ। ਇਹ ਇੱਕ 4 ਲੇਅਰ ਸੈਮੀਕੰਡਕਟਰ ਡਿਵਾਈਸ ਹੈ। ਇਸ ਦੇ ਵਿੱਚ PN ਭਾਵ P ਅਤੇ N ਮਟੀਰੀਅਲਸ ਦੀਆਂ ਲੇਅਰਸ ਨੂੰ ਆਪਸ ਦੇ ਵਿੱਚ ਜੋੜਿਆ ਜਾਂਦਾ ਹੈ। PN 4 ਲੇਅਰਸ ਹੋ ਗਈਆਂ। ਇਸੇ ਲਈ ਮੈਂ ਲਿਖਿਆ 4 ਲੇਅਰ ਸੈਮੀਕੰਡਕਟਰ ਡਿਵਾਈਸ। ਇਸ ਦੇ 3 ਜੰਕਸ਼ਨ ਨੇ, J1, 2 ਐਂਡ 3। ਜਿਵੇਂ ਕਿ ਸਾਨੂੰ ਪਤਾ ਹੈ, ਡਾਇਓਡ ਜਦੋਂ P ਅਤੇ N ਜੋੜ ਦਈਏ ਇੱਕ ਜੰਕਸ਼ਨ ਬਣਦਾ ਹੈ। ਦੇਖੋ ਆ PN ਡਾਇਓਡ ਜੁੜਿਆ, ਇੱਕ ਜੰਕਸ਼ਨ, ਇੱਥੇ ਜੁੜਿਆ ਦੂਸਰਾ ਜੰਕਸ਼ਨ, ਇੱਥੇ ਜੁੜਿਆ ਤੀਸਰਾ ਜੰਕਸ਼ਨ। ਇਸੇ ਲਈ ਇਸ ਦੇ ਕਿੰਨੇ ਜੰਕਸ਼ਨ ਨੇ? 3, J1, 2 ਐਂਡ 3। ਜਿਹੜਾ ਆਪਣਾ ਗੇਟ ਹੁੰਦਾ ਹੈ, ਇਹ ਕੈਥੋਡ ਵਾਲੀ ਸਾਈਡ ਤੇ ਜਿਹੜਾ P ਹੁੰਦਾ ਹੈ ਉਸ ਤੇ ਲਗਾਇਆ ਜਾਂਦਾ ਹੈ। ਇਹ ਅਸੀਂ ਕਿੱਥੇ ਵਰਤਦੇ ਹਾਂ? SCR ਉਹਨਾਂ ਸਰਕਿਟਸ ਵਰਤਿਆ ਜਾਂਦਾ ਹੈ ਜਿੱਥੇ ਹਾਈ ਵੋਲਟੇਜ ਜਾਂ ਫਿਰ ਹਾਈ ਪਾਵਰ ਦੀ ਵਰਤੋਂ ਕੀਤੀ ਜਾਂਦੀ ਹੈ। ਜਿਹੜਾ ਗੇਟ ਹੈ, ਇਹ ਗੇਟ ਵੋਲਟੇਜ ਕੰਟਰੋਲ ਕਰਦੀ ਹੈ ਕੰਡਕਸ਼ਨ ਆਫ SCR। ਇਹ ਆਪਾਂ ਅੱਗੇ ਵਰਕਿੰਗ 'ਚ ਕਰਾਂਗੇ ਕਿ ਗੇਟ ਨੂੰ ਵੋਲਟੇਜ ਦੇ ਕੇ ਅਸੀਂ ਇਸ ਦੀ ਕੰਡਕਸ਼ਨ ਨੂੰ ਕੰਟਰੋਲ ਕਰਦੇ ਹਾਂ। ਹੁਣ ਜੇ ਆਪਾਂ ਇਸ ਦੀ ਸਟਰਕਚਰ ਦੀ ਗੱਲ ਕਰੀਏ, ਦੇਖੋ ਇੱਥੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ 2 PN ਡਾਇਓਡ ਜੋੜੇ ਹੋਏ ਨੇ, 1, 2। ਜਾਂ ਫਿਰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ 2 ਟਰਾਂਜਿਸਟਰ ਜੋੜੇ ਹੋਏ ਨੇ, ਇੱਕ ਹੋ ਗਿਆ PNP, ਇੱਕ ਹੋ ਗਿਆ NPN। ਇਸੇ ਲਈ ਮੈਂ ਲਿਖਿਆ Q1 ਇੱਕ ਟਰਾਂਜਿਸਟਰ ਹੋ ਗਿਆ ਜਿਸ ਤੇ ਐਨੋਡ ਦੇਤਾ, Q2 ਇੱਕ ਟਰਾਂਜਿਸਟਰ ਹੋ ਗਿਆ ਜਿਸ ਤੇ ਅਸੀਂ ਕੈਥੋਡ ਦੇਤਾ, ਤੇ P ਤੇ ਅਸੀਂ ਰੱਖਣਾ ਆਪਣਾ ਗੇਟ। ਇਹ ਸਾਡੀ ਹੋਗੀ ਡੈਫੀਨੇਸ਼ਨ, ਬੇਸਿਕ ਸਿੰਬਲ ਐਂਡ ਇਸ ਦੀ ਸਿੰਪਲ ਸਟਰਕਚਰ। ਨੈਕਸਟ ਆਪਾਂ ਹੁਣ ਕਰਦੇ ਹਾਂ ਇਸ ਦੇ ਮੋਡਸ। SCR ਨੂੰ ਸਮਝਣ ਦੇ ਲਈ ਆਪਾਂ 3 ਮੋਡਸ 'ਚ ਇਸ ਨੂੰ ਡਿਸਕਸ ਕਰਾਂਗੇ। ਫਸਟ ਹੈਗਾ ਰਿਵਰਸ ਬਲੌਕਿੰਗ ਮੋਡ, ਸੈਕਿੰਡ ਇਜ਼ ਫਾਰਵਰਡ ਬਲੌਕਿੰਗ ਮੋਡ, ਥਰਡ ਆਪਾਂ ਕਰਾਂਗੇ ਫਾਰਵਰਡ ਕੰਡਕਸ਼ਨ ਮੋਡ, ਜਿਸ ਦੇ ਵਿੱਚ SCR ਸਾਡਾ ਕੰਮ ਕਰੇਗਾ। ਉਸਨੂੰ ਆਪਾਂ VI ਕਰੈਕਟਰਿਸਟਿਕਸ ਦੀ ਹੈਲਪ ਦੇ ਨਾਲ ਸਮਝਾਂਗੇ। ਹੁਣ ਜੇ ਆਪਾਂ ਫਸਟ ਦੀ ਗੱਲ ਕਰੀਏ, ਦੇਖੋ ਇਹ ਆਪਣਾ SCR ਹੈ। 3 ਜੰਕਸ਼ਨਸ ਨੇ, ਗੇਟ ਲੱਗਿਆ P ਦੇ ਕੋਲ, A ਫਾਰ ਐਨੋਡ, K ਫਾਰ ਕੈਥੋਡ। ਅਗਰ ਆਪਾਂ P ਨੂੰ ਕਨੈਕਟ ਕਰ ਦਈਏ ਬੈਟਰੀ ਦੇ ਨੈਗੇਟਿਵ ਨਾਲ, N ਨੂੰ ਕਨੈਕਟ ਕਰ ਦਈਏ ਬੈਟਰੀ ਦੇ ਪੋਜ਼ਿਟਿਵ ਨਾਲ, ਇਟ ਮੀਨਸ ਆਪਾਂ ਇਸ ਨੂੰ ਰਿਵਰਸ ਕਨੈਕਸ਼ਨ ਦਿੱਤੇ। ਜਦੋਂ ਆਪਾਂ ਇਸ ਨੂੰ ਰਿਵਰਸ ਕਨੈਕਸ਼ਨ ਦੇਵਾਂਗੇ, ਜਿੱਦਾਂ ਕਿ ਆਪਾਂ ਆਪਣੇ ਡਾਇਓਡ 'ਚ ਕਰਦੇ ਹਾਂ, ਡਾਇਓਡ 'ਚ ਜਦੋਂ ਆਪਾਂ ਰਿਵਰਸ ਕਨੈਕਸ਼ਨ ਦਿੰਨੇ ਆ ਤਾਂ ਆਪਣਾ ਜਿਹੜਾ ਜੰਕਸ਼ਨ ਹੈ ਉਹ ਰਿਵਰਸ ਵਾਈਜ਼ ਹੋ ਜਾਂਦਾ ਹੈ। ਉਸਦੇ ਵਿੱਚੋਂ ਕੋਈ ਕੰਡਕਸ਼ਨ ਨਹੀਂ ਹੁੰਦੀ, ਸਿਰਫ ਲੀਕੇਜ ਕਰੰਟ ਪਾਸ ਹੁੰਦਾ। ਸੇਮ ਉਹੀ ਚੀਜ਼ ਇੱਥੇ ਹੋਊਗੀ, ਕਿਉਂਕਿ ਇੱਥੇ ਵੀ ਆਪਣੇ ਡਾਇਓਡ ਹੀ ਨੇ। ਜਦੋਂ ਆਪਾਂ ਇਹ ਰਿਵਰਸ ਕਨੈਕਸ਼ਨਸ ਕਰਾਂਗੇ, ਆਪਣਾ ਜੰਕਸ਼ਨ J1 ਐਂਡ J3 ਦੋਨੇ ਕੀ ਹੋ ਜਾਣਗੇ? ਰਿਵਰਸ ਵਾਈਜ਼। ਲੇਕਿਨ
ਜੰਕਸ਼ਨ J2 ਆਪਣਾ ਕੀ ਰਹੇਗਾ, ਫਾਰਵਰਡ ਬਾਇਸ। ਬਟ ਜਦੋਂ ਇਹ ਦੋਨੋਂ ਜੰਕਸ਼ਨ ਆਪਣੇ ਰਿਵਰਸ ਬਾਇਸ ਨੇ, ਇੱਥੋਂ ਤੱਕ ਕੰਡਕਸ਼ਨ ਹੋਣੀ ਨਹੀਂ, ਕੋਈ ਕਰੰਟ ਵੀ ਪਾਸ ਹੀ ਨਹੀਂ ਹੋਣਾ। ਲੇਕਿਨ ਆਪਾਂ ਕਹਿੰਦੇ ਆ ਕਿ ਥੋੜਾ ਜਿਹਾ ਲੀਕੇਜ ਕਰੰਟ ਪਾਸ ਹੁੰਦਾ ਰਹਿੰਦਾ ਹੈ, ਲੇਕਿਨ ਉਹਦੇ ਨਾਲ ਇਹ ਕੰਡਕਟ ਨਹੀਂ ਕਰੇਗਾ। ਸੋ ਆ ਸੀਗਾ ਕਿ ਜਦੋਂ ਰਿਵਰਸ ਕਰੈਕਟਰਿਸਟਿਕਸ ਨੇ ਤਾਂ ਥੋੜਾ ਜਿਹਾ ਲੀਕੇਜ ਕਰੰਟ ਪਾਸ ਹੁੰਦਾ ਰਹਿੰਦਾ ਹੈ। ਇੱਕ ਅਗਰ ਆਪਾਂ ਲਗਾਤਾਰ ਇਹਨੂੰ ਰਿਵਰਸ ਬਾਇਸ 'ਚ ਰੱਖਾਂਗੇ ਤਾਂ ਇੱਕ ਵੋਲਟੇਜ ਤੇ ਆ ਕੇ ਇਹ ਬ੍ਰੇਕ ਡਾਊਨ ਕਰ ਜਾਏਗਾ, ਉਸ ਤੋਂ ਬਾਅਦ ਆਪਾਂ ਇਸ ਨੂੰ ਯੂਜ਼ ਨਹੀਂ ਕਰਦੇ, ਜਿੱਦਾਂ ਡਾਇਓਡ ਦੇ ਵਿੱਚ ਹੈ। ਹੁਣ ਆਪਾਂ ਕਰਦੇ ਹਾਂ ਫਾਰਵਰਡ ਬਲੌਕਿੰਗ ਮੋਡ। ਇਸ ਦੇ ਵਿੱਚ ਦੇਖੋ ਆਪਾਂ ਕੀ ਕੀਤਾ, ਐਨੋਡ ਨੂੰ ਪੋਜ਼ਿਟਿਵ ਐਂਡ ਕੈਥੋਡ ਨੂੰ ਨੈਗੇਟਿਵ ਨਾਲ ਲਗਾਤਾ, ਭਾਵ ਆਪਾਂ ਫਾਰਵਰਡ ਬਾਇਸ ਦੇ ਕਨੈਕਸ਼ਨ ਕਰਤੇ, ਜਿੱਦਾਂ ਆਪਾਂ ਡਾਇਓਡ 'ਚ ਕਰਦੇ। ਜਦੋਂ ਆਪਾਂ ਫਾਰਵਰਡ ਬਾਇਸ 'ਚ ਇਹਨੂੰ ਕਨੈਕਟ ਕਰਾਂਗੇ, ਜਿਹੜਾ J1 ਐਂਡ J3 ਨੇ ਇਹ ਦੋਨੇ ਹੋ ਜਾਣਗੇ ਫਾਰਵਰਡ ਬਾਇਸ। ਲੇਕਿਨ J2 ਸਾਡਾ ਕੀ ਹੈ, ਰਿਵਰਸ ਦੇ ਵਿੱਚ ਹੈ, ਇੱਥੋਂ ਕਰੰਟ ਪਾਸ ਹੋਏਗਾ ਹੀ ਨਹੀਂ, ਸਿਰਫ ਥੋੜਾ ਜਿਹਾ ਲੀਕੇਜ ਕਰੰਟ ਪਾਸ ਹੋਏਗਾ, ਆ ਜੋ ਸ਼ੋ ਹੋ ਰਿਹਾ ਹੈ। ਲੇਕਿਨ ਇਹਦੇ ਨਾਲ ਆਪਣਾ SCR ਕੰਡਕਟ ਨਹੀਂ ਕਰੇਗਾ। ਹੁਣ ਅਗਰ ਅਸੀਂ ਚਾਹੁੰਦੇ ਆ ਵੀ SCR ਸਾਡਾ ਕੰਡਕਟ ਕਰ ਜੇ, ਇਹਦੇ ਦੋ ਮੈਥਡ ਹੈ। ਫਰਸਟ ਮੈਥਡ ਤਾਂ ਇਹ ਹੈ ਕਿ ਅਸੀਂ ਐਨੋਡ ਵੋਲਟੇਜ ਜਿਹੜੀ ਇੱਥੇ ਦੇ ਰਹੇ ਆ ਉਹਨੂੰ ਰਾਈਜ਼ ਕਰ ਦਈਏ। ਅਸੀਂ ਜਦੋਂ ਰਾਈਜ਼ ਵਧਾਈ ਜਾਵਾਂਗੇ, ਵੋਲਟੇਜ ਵਧਾਈ ਜਾਵਾਂਗੇ, ਤਾਂ ਇੱਕ ਬ੍ਰੇਕਡਾਊਨ ਆਏਗਾ ਜਿੱਥੇ ਸਾਡਾ SCR ਕੰਡਕਟ ਕਰ ਜੇਗਾ। ਇੱਕ ਮੈਥਡ ਹੋਰ ਹੈ ਕਿ ਅਗਰ ਆਪਾਂ ਗੇਟ ਤੇ ਥੋੜੀ ਜੀ ਪੋਜ਼ਿਟਿਵ ਵੋਲਟੇਜ ਦੇ ਦਈਏ, ਬਹੁਤ ਜ਼ਿਆਦਾ ਨਹੀਂ ਦੇਣੀ, ਅਗਰ ਆਪਾਂ ਗੇਟ ਤੇ ਇੱਥੇ ਥੋੜੀ ਜੀ ਪੋਜ਼ਿਟਿਵ ਵੋਲਟੇਜ ਕਨੈਕਟ ਕਰ ਦਈਏ ਤਾਂ ਸਾਡਾ SCR ਬਹੁਤ ਜਲਦੀ ਕੰਡਕਟ ਕਰੇਗਾ। ਜਿੰਨੀ ਜ਼ਿਆਦਾ ਗੇਟ ਵੋਲਟੇਜ ਦੇਵਾਂਗੇ ਉਨੀ ਜਲਦੀ ਇਹ ਕੰਡਕਟ ਕਰੇਗਾ। ਦੇਖੋ ਇਹ ਸ਼ੋ ਕੀਤਾ ਹੋਇਆ ਵੀ ਜਿੰਨੀ ਜ਼ਿਆਦਾ ਵੋਲਟੇਜ ਗੇਟ ਦੇਈ ਜਾਵਾਂਗੇ ਉਹ ਉਨੀ ਜਲਦੀ ਕੰਡਕਟ ਕਰੇਗਾ। ਸਾਡਾ SCR ਲੈਚਿੰਗ ਕਰੰਟ ਪਾਸ ਕਰੇਗਾ। ਲੈਚਿੰਗ ਕਰੰਟ ਤੋਂ ਭਾਵ ਹੁੰਦਾ ਹੈ ਉਹ ਮਿਨੀਮਮ ਕਰੰਟ ਜਿੱਥੇ ਸਾਡਾ SCR ਔਨ ਹੁੰਦਾ ਹੈ। ਜਦੋਂ ਗੇਟ ਵੋਲਟੇਜ ਦੇਤੀ, ਲੈਚਿੰਗ ਕਰੰਟ ਇੱਕ ਵਾਰ ਫਲੋ ਕਰਨ ਲੱਗ ਗਿਆ, ਉਸ ਤੋਂ ਬਾਅਦ ਇੱਕਦਮ ਕਰੰਟ ਰਾਈਜ਼ ਕਰ ਜੇਗਾ। ਹੁੰਦਾ ਕੀ ਹੈ ਕਿ ਜਦੋਂ ਅਸੀਂ ਗੇਟ ਤੇ ਥੋੜੀ ਜਿਹੀ ਪੋਜ਼ਿਟਿਵ ਵੋਲਟੇਜ ਦੇਤੀ, J1 ਅਤੇ J3 ਸਾਡੇ ਪਹਿਲਾਂ ਹੀ ਫਾਰਵਰਡ ਬਾਇਸ ਸੀ। ਜਦੋਂ ਅਸੀਂ ਗੇਟ ਤੇ ਵੋਲਟੇਜ ਦਿੱਤੀ, ਉਹਦੇ ਨਾਲ ਸਾਡਾ J2 ਜੰਕਸ਼ਨ ਵੀ ਕੀ ਹੋ ਗਿਆ, ਫਾਰਵਰਡ ਬਾਇਸ। ਜਦੋਂ ਤਿੰਨੋਂ ਜੰਕਸ਼ਨ ਸਾਡੇ ਫਾਰਵਰਡ ਬਾਇਸ ਹੋ ਗਏ ਤਾਂ ਕੰਡਕਸ਼ਨ ਸ਼ੁਰੂ ਹੋ ਜਾਏਗੀ। ਜਦੋਂ ਇੱਕ ਵਾਰ ਕੰਡਕਸ਼ਨ ਸ਼ੁਰੂ ਹੋ ਗਈ, ਸਾਡਾ SCR ਲੈਚਿੰਗ ਕਰੰਟ ਪਾਸ ਕਰਨ ਲੱਗ ਗਿਆ, ਮਿਨੀਮਮ ਕਰੰਟ ਪਾਸ ਕਰਨ ਲੱਗ ਗਿਆ, ਜਿਹਦੇ ਤੇ ਕੰਡਕਸ਼ਨ ਸ਼ੁਰੂ ਹੁੰਦੀ ਹੈ। ਉਸ ਤੋਂ ਬਾਅਦ ਇਹਦੇ ਵਿੱਚੋਂ ਹਾਈ ਕਰੰਟ, ਬਹੁਤ ਤੇਜ਼ੀ ਨਾਲ ਕਰੰਟ ਪਾਸ ਕਰੇਗਾ। ਉਸ ਤੋਂ ਬਾਅਦ ਅਗਰ ਆਪਾਂ ਇਹ ਗੇਟ ਵੋਲਟੇਜ ਹਟਾ ਵੀ ਦੇਵਾਂਗੇ ਤਾਂ ਵੀ ਕੋਈ ਫਰਕ ਨਹੀਂ ਪਏਗਾ। ਆਪਾਂ ਪਹਿਲਾਂ ਸਟਰਕਚਰ ਕੀਤੀ ਹੈ ਕਿ ਇਹ 'ਚ ਟ੍ਰਾਂਜਿਸਟਰ ਨੇ, ਐਜ਼ ਏ ਸਵਿਚਿੰਗ ਸਰਕਟ ਇਹ ਕੰਮ ਕਰਦਾ ਹੈ। ਜੇ ਗੇਟ ਵੋਲਟੇਜ ਇੱਕ ਵਾਰ ਦੇਣ ਤੋਂ ਬਾਅਦ ਆਪਾਂ ਉਹਨੂੰ ਹਟਾ ਵੀ ਦਈਏ ਤਾਂ ਵੀ ਦੋਨੋਂ ਟ੍ਰਾਂਜਿਸਟਰ ਔਨ ਰਹਿਣਗੇ, ਇੱਕ ਦੂਜੇ ਨੂੰ ਕਰੰਟ ਦੇ ਹੀ ਜਾਣਗੇ। ਫਿਰ ਉਹ ਕਰੰਟ ਇੰਨਾ ਜ਼ਿਆਦਾ ਇਹਦੇ ਵਿੱਚੋਂ ਕੰਡਕਟ ਕਰੇਗਾ ਕਿ ਇੱਕ ਐਕਸਟਰਾ ਸਰਕਟ ਲਾ ਕੇ ਹੀ ਆਪਾਂ ਇਸ ਨੂੰ ਕੰਟਰੋਲ ਕਰ ਸਕਦੇ ਹਾਂ, ਅਦਰਵਾਈਜ਼ ਇਹ ਹਾਈਲੀ ਕੰਡਕਟ ਕਰਦਾ ਹੈ। ਇਸੇ ਐਪਲੀਕੇਸ਼ਨ ਕਰਕੇ ਆਪਾਂ ਇਸ ਦੀ ਵਰਤੋਂ ਬਹੁਤ ਜਗ੍ਹਾ ਕਰਦੇ ਹਾਂ। ਵਰਕਿੰਗ ਦੇ ਵਿੱਚ ਪਹਿਲਾਂ ਆਪਾਂ ਰਿਵਰਸ ਬਲੌਕਿੰਗ ਮੋਡ, ਫਾਰਵਰਡ ਬਲੌਕਿੰਗ ਮੋਡ, ਫਿਰ ਫਾਰਵਰਡ ਕੰਡਕਸ਼ਨ ਮੋਡ, ਕਿ ਇਹਦੀਆਂ ਦੋ ਤਰ੍ਹਾਂ ਨਾਲ ਅਸੀਂ ਇਹਨੂੰ ਕੰਡਕਟ ਕਰਾ ਸਕਦੇ ਹਾਂ। ਪਹਿਲਾਂ ਤਾਂ ਐਨੋਡ ਵੋਲਟੇਜ ਇਨਕਰੀਜ਼ ਕਰਕੇ, ਲੇਕਿਨ ਆਪਾਂ ਸੈਕਿੰਡ ਮੈਥਡ ਯੂਜ਼ ਕਰਦੇ ਹਾਂ ਗੇਟ ਵੋਲਟੇਜ ਦੇ ਕੇ। ਫਿਰ ਆਪਾਂ ਇਸ ਦੀਆਂ VI ਕਰੈਕਟਰਿਸਟਿਕਸ ਨੂੰ ਪਲਾਟ ਕਰਾਂਗੇ, ਵੋਲਟੇਜ ਵਰਸਸ ਕਰੰਟ। ਇਹ ਸਾਡਾ ਫਾਰਵਰਡ ਲੀਕੇਜ ਕਰੰਟ ਹੈ ਜਿਹੜਾ ਬਿਨਾਂ ਗੇਟ ਵੋਲਟੇਜ ਤੋਂ ਵੀ ਫਲੋ ਕਰਦਾ ਹੈ। ਗੇਟ ਵੋਲਟੇਜ ਦੇਣ ਨਾਲ ਅਸੀਂ ਕੰਡਕਸ਼ਨ ਕੰਟਰੋਲ ਕੀਤੀ ਹੈ। ਇਹ ਸਾਡੀਆਂ ਰਿਵਰਸ ਕਰੈਕਟਰਿਸਟਿਕਸ ਨੇ। ਹੁਣ ਆਪਾਂ ਗੱਲ ਕਰਦੇ ਹਾਂ ਇਸ ਦੀਆਂ ਐਪਲੀਕੇਸ਼ਨਸ ਦੀ, ਕਿ SCR ਦੀ ਵਰਤੋਂ ਕਿੱਥੇ ਕਿੱਥੇ ਕੀਤੀ ਜਾਂਦੀ ਹੈ। SCR ਦੀ ਵਰਤੋਂ ਇਨਵਰਟਰ ਵਿੱਚ, ਰਿਮੋਟ ਸਵਿਚਿੰਗ ਸਰਕਿਟਸ ਵਿੱਚ, ਕੰਟਰੋਲਡ ਰੈਕਟੀਫਾਇਰਸ ਵਿੱਚ, ਪਾਵਰ ਸਵਿਚਿੰਗ ਸਰਕਿਟਸ ਵਿੱਚ,
ਬੈਟਰੀ ਚਾਰਜਿੰਗ ਰੈਗੂਲੇਟਰਸ ਵਿੱਚ, ਟਾਈਮਿੰਗ ਸਰਕਿਟਸ ਵਿੱਚ, ਸਵਿਚਿੰਗ ਸਰਕਿਟਸ ਵਿੱਚ। ਜਿੱਥੇ ਵੀ ਹਾਈ ਪਾਵਰ ਹਾਈ ਕਰੰਟ ਦੀ ਵਰਤੋਂ ਹੁੰਦੀ ਹੈ ਉਹਨਾਂ ਸਰਕਿਟਸ ਵਿੱਚ SCR ਨੂੰ ਵਰਤਿਆ ਜਾਂਦਾ ਹੈ। ਸੋ ਇਹ ਸੀਗਾ ਆਪਣਾ ਟੌਪਿਕ ਸਿਲੀਕਨ ਕੰਟਰੋਲ ਰੈਕਟੀਫਾਇਰ। ਮਿਲਦੇ ਹਾਂ ਨੈਕਸਟ ਵੀਡੀਓ 'ਚ ਨੈਕਸਟ ਟੌਪਿਕ ਨਾਲ। ਥੈਂਕ ਯੂ।